Hello everyone, welcome to Dreams Achiever YouTube channel. Today we will pay attention towards also again ਅੱਜ ਫਿਰ ਆਪਾਂ ਰਾਈਟਿੰਗ ਦੇ ਵੱਲ ਹੀ ਧਿਆਨ ਦਿੰਨੇ ਆ ਕਿ ਰਾਈਟਿੰਗ ਦੇ ਵਿੱਚੋਂ ਕਿਹੜੀਆਂ ਚੀਜ਼ਾਂ ਆਪਾਂ ਨੂੰ ਅਵੋਇਡ ਕਰਨੀਆਂ ਚਾਹੀਦੀਆਂ ਨੇ ਤੇ ਕਿਹੜੀਆਂ ਚੀਜ਼ਾਂ ਦੇ ਵੱਲ ਧਿਆਨ ਦੇਣਾ ਚਾਹੀਦਾ। ਮੋਸਟ ਆਫ ਦੀ ਸਟੂਡੈਂਟਸ ਨੂੰ ਇਹ ਚੀਜ਼ ਦੀ ਕਨਫਿਊਜ਼ਨ ਹੋ ਜਾਂਦੀ ਹੈ ਕਿ ਕੁਝ ਟ੍ਰੇਨਰ ਕਹਿੰਦੇ ਨੇ ਤੁਹਾਨੂੰ ਆਹ ਫੋਲੋ ਕਰਨਾ ਚਾਹੀਦਾ, ਆਹ ਤੁਹਾਨੂੰ ਨਹੀਂ ਫੋਲੋ ਕਰਨਾ ਚਾਹੀਦਾ, ਆਹ ਰੂਲ ਐਂਡ ਰੈਗੂਲੇਸ਼ਨ ਸਮਥਿੰਗ ਬਹੁਤ ਬੱਚਿਆਂ ਨੂੰ ਗੁੰਮਰਾਹ ਕੀਤਾ ਜਾਂਦਾ ਕਿ ਤੁਸੀਂ ਆਹ ਚੀਜ਼ ਫੋਲੋ ਕਰੋ, ਆਹ ਨਾ ਕਰੋ, ਆਹ ਇਨਫਾਰਮਲ ਆ, ਆਹ ਫਾਰਮਲ ਆ, ਆਹ ਚੀਜ਼ ਲਿਖਣੀ ਆ, ਆਹ ਨਹੀਂ ਲਿਖਣੀ, ਤੁਸੀਂ 2 BPs ਲਿਖਣੇ ਆ, 10 BPs ਲਿਖਣੇ ਆ। ਤਾਂ ਅੱਜ ਦੀ ਵੀਡੀਓ ਦਾ ਕਨਸੈਪਟ ਆਪਣਾ ਇਹੀ ਆ ਕਿ ਕਿਹੜੀਆਂ ਚੀਜ਼ਾਂ ਆਪਾਂ ਨੂੰ ਧਿਆਨ 'ਚ ਰੱਖਣੀਆਂ ਚਾਹੀਦੀਆਂ ਨੇ ਤੇ ਕਿਹੜੇ ਕੀ ਆਪਾਂ ਕਨਸੈਪਟ ਆਪਾਂ ਨੂੰ ਫੋਲੋ ਕਰਨੇ ਚਾਹੀਦੇ। ਓਕੇ, ਅੱਜ ਰਾਜੀ ਕੀ ਮੈਂ IDP ਦੀ ਵੈਬਸਾਈਟ ਅਫੀਸ਼ੀਅਲ ਵੈਬਸਾਈਟ ਓਪਨ ਕੀਤੀ ਆ ਜਿਹਦੇ ਤੇ ਉਹਨਾਂ ਨੇ ਮੈਂਸ਼ਨ ਕੀਤਾ ਹੋਇਆ ਵੀ ਕੀ ਚੀਜ਼ਾਂ ਦੇ ਵਿੱਚ ਤੁਹਾਨੂੰ ਫੋਕਸ ਕਰਨਾ ਚਾਹੀਦਾ, ਕਿਹੜੀਆਂ ਚੀਜ਼ਾਂ ਤੁਹਾਨੂੰ ਅਵੋਇਡ ਕਰਨੀਆਂ ਚਾਹੀਦੀਆਂ ਨੇ ਐਂਡ ਹਾਊ ਯੂ ਕੈਨ ਅਚੀਵ a band score in writing task 2 after following 8 steps। ਕਿਹੜੇ ਉਹ 8 ਸਟੈਪ ਨੇ ਜਿਹੜੇ ਆਪਾਂ ਨੂੰ ਧਿਆਨ ਦੇ ਵਿੱਚ ਰੱਖਣੇ ਚਾਹੀਦੇ ਨੇ ਤੇ ਜਿਹੜੇ ਆਪਾਂ ਨੂੰ ਆਪਣਾ ਜਿਹੜਾ ਸਕੋਰ ਆ ਰਾਈਟਿੰਗ ਦੇ ਵਿੱਚੋਂ ਅਫੈਕਟਿਡ ਹੁੰਦੇ ਨੇ। ਫਸਟ ਆਫ ਆਲ ਰਾਜੀ ਕਿਹਾ ਸਟੈਪ 1 ਆਨਸਰ ਦੀ ਰੈਲੇਵੈਂਟ ਕੁਐਸਚਨ। ਪਹਿਲਾ ਰਾਜੀ ਕਿ ਆਪਣਾ ਸਟੈਪ ਹੈਗਾ ਕਿ ਜਿਹੜੇ ਆਨਸਰ ਜਿਹੜਾ ਆਪਾਂ ਦੇਣਾ ਆ ਉਹ ਰੈਲੇਵੈਂਟ ਕੁਐਸਚਨਸ ਦਾ ਆਨਸਰ ਆਪਣਾ ਕੀ ਆ ਐਪਰੋਪ੍ਰੀਏਟ ਹੋਵੇ। ਉਹਦੇ ਵਿੱਚ ਆਪਾਂ ਜੀ ਇਹਦੀ ਵੀਡੀਓ ਪਹਿਲਾਂ ਹੀ ਬਣੀ ਹੋਈ ਆ ਕਿ ਜਿਹੜੀਆਂ 4 ਜਿਹੜੇ 4 ਪੈਰਾਮੀਟਰਸ ਨੇ we will appropriately we will pay attention, definitely we will pay attention towards 4 parameters ਜਿਹੜੀ ਆਪਾਂ ਪਹਿਲੇ ਵੀਡੀਓ ਬਣਾਈ ਸੀਗੀ। 4 ਪੈਰਾਮੀਟਰ ਕਿਹੜੇ ਨੇ? ਟਾਸਕ ਰਿਸਪੌਂਸ TR, ਕੋਹਰੈਂਸ ਐਂਡ ਕੋਹੀਜ਼ਨ, ਓਕੇ ਐਂਡ ਲੈਕਸਿਕਲ ਰਿਸੋਰਸਸ, ਦੈਨ ਕੀ ਆ ਗ੍ਰਾਮੈਟਿਕਲ ਰੇਂਜ। ਜਦ ਵੀ ਤੁਹਾਡੀ ਚੈਕਿੰਗ ਹੁੰਦੀ ਆ ਐਗਜ਼ਾਮ ਦੀ ਇਹ ਜਿਹੜੇ 4 ਪੈਰਾਮੀਟਰਸ ਨੇ ਜਿਹੜੇ 4 ਪੈਰਾਮੀਟਰਸ ਨੇ ਇਹ ਰਾਜੇ ਬਹੁਤ ਕਲੀਅਰਲੀ ਵਿੱਚ ਧਿਆਨ ਨਾਲ ਇਹਨਾਂ ਨੂੰ ਚੈੱਕ ਕੀਤਾ ਜਾਂਦਾ। ਟਾਸਕ ਰਿਸਪੌਂਸ ਹੋ ਗਿਆ, ਕੋਹਰੈਂਸ ਐਂਡ ਕੋਹੀਜ਼ਨ ਹੋ ਗਿਆ, ਲੈਕਸਿਕਲ ਰਿਸੋਰਸਸ ਹੋ ਗਏ ਐਂਡ ਗ੍ਰਾਮੈਟਿਕਲ ਰੇਂਜ ਐਕੂਰੇਸੀ ਹੋ ਗਈ। ਕਲੀਅਰ ਆ ਜੀ? ਇਹਦੇ ਵਿੱਚ ਪਹਿਲਾਂ ਕੀ ਆ ਆਪਾਂ ਨੂੰ ਇਹਦੇ ਵੱਲ ਫੋਕਸ ਕਰਨਾ ਜ਼ਰੂਰੀ ਆ। ਹੁਣ ਜੇ ਆਪਣਾ ਕੀ ਫਰਸਟ ਸਟੈਪ ਆਪਾਂ ਧਿਆਨ ਦਿੰਦੇ ਆ। ਪਹਿਲਾ ਸਟੈਪ ਕੀ ਆ ਜਿਹੜਾ ਆਪਾਂ ਨੂੰ ਜੀ ਫੋਕਸ ਕਰਨ ਦੀ ਲੋੜ ਆ? ਆਨਸਰ ਇਜ਼ ਰੈਲੇਵੈਂਟ ਟੂ ਦੀ ਕੁਐਸਚਨ। ਜਿਹੜਾ ਤੁਸੀਂ ਕੁਐਸਚਨ ਤੁਹਾਨੂੰ ਆਇਆ ਉਹਦੇ ਅਕੋਰਡਿੰਗ ਤੁਸੀਂ ਰੈਲੇਵੈਂਟ ਆਨਸਰ ਦੇ ਰਹੇ ਹੋ ਜਾਂ ਨਹੀਂ ਦੇ ਰਹੇ। ਓਕੇ, ਪਹਿਲਾ ਸਟੈਪ ਤੁਹਾਡਾ ਕਿ ਤੁਸੀਂ ਆਨਸਰ ਜਿਹੜਾ ਰੈਲੇਵੈਂਟ ਦਿਓਗੇ। ਫਸਟ ਆਫ ਆਲ when you have writing task 2 ਜਦ ਤੁਹਾਡੇ ਕੋਲ ਰਾਈਟਿੰਗ ਟਾਸਕ 2 ਹੋਏਗਾ ਰਾਜੇ ਤੁਸੀਂ ਧਿਆਨ ਪਹਿਲਾਂ ਰਾਜੇ ਜਦ ਉਹਨੂੰ ਲਿਖਣ ਤੋਂ ਪਹਿਲਾਂ ਸਟਾਰਟ ਕਰਨ ਤੋਂ ਪਹਿਲਾਂ 3 ਵਾਰ ਸਟੇਟਮੈਂਟ ਜ਼ਰੂਰ ਪੜੋਗੇ। ਜੇਕਰ ਤੁਸੀਂ 3 ਵਾਰ ਸਟੇਟਮੈਂਟ ਪੜੋਗੇ ਤੁਹਾਨੂੰ ਐਪਰੋਪ੍ਰੀਏਟਲੀ ਪਤਾ ਲੱਗ ਜਾਏਗਾ ਮੈਂ ਇਹਦੇ ਵਿੱਚ ਮੈਂਸ਼ਨ ਕੀ ਕਰਨਾ ਆ, ਇਹਦੇ ਵਿੱਚ ਲਿਖਣਾ ਕੀ ਆ, ਮੇਰਾ ਟਾਸਕ ਰਿਸਪੌਂਸ ਕੀ ਰਹੇਗਾ, ਕੋਹਰੈਂਸ ਐਂਡ ਕੋਹੀਜ਼ਨ ਮੇਰਾ ਐਕੂਰੇਟਲੀ ਕੀ ਰਹੇਗਾ। ਓਕੇ, ਕੀ ਚੀਜ਼ਾਂ ਕਰਨੀਆਂ ਨੇ, ਕੀ ਚੀਜ਼ਾਂ ਤੁਸੀਂ ਅਵੋਇਡ ਕਰਨੀਆਂ ਨੇ, ਕਿਹੜੀਆਂ ਚੀਜ਼ਾਂ ਦੇ ਵੱਲ ਆਪਾਂ ਫੋਕਸ ਕਰਨਾ ਕਿਹੜੀਆਂ ਚੀਜ਼ਾਂ ਨੇ। ਮੇਕ ਸ਼ੋਰ ਯੂਰ ਆਈਡੀਆਜ਼ ਆਰ ਡਾਇਰੈਕਟਲੀ ਰਿਲੇਟਡ ਟੂ ਦੀ ਕੁਐਸਚਨ। ਇਹ ਚੀਜ਼ਾਂ ਤੁਹਾਨੂੰ ਧਿਆਨ ਹੋਣਾ ਚਾਹੀਦਾ ਕਿ ਜਿਹੜਾ ਤੁਹਾਡਾ ਆਈਡੀਆਜ਼ ਨੇ ਉਹ ਕੁਐਸਚਨ ਨੂੰ ਡਾਇਰੈਕਟਲੀ ਮੈਚ ਕਰਦੇ ਨੇ। ਯੂਜ਼ ਆਈਡੀਆਜ਼ ਐਗਜ਼ਾਮਪਲ ਦੈਟ ਯੂ ਆਰ ਫੈਮੀਲੀਅਰ ਵਿਦ ਐਂਡ ਦੈਟ ਰਿਲੇਟ ਡਾਇਰੈਕਟਲੀ ਟੂ ਦੀ ਟੌਪਿਕ। ਜਿਹੜੇ ਤੁਸੀਂ ਐਗਜ਼ਾਮਪਲਸ ਜਾਂ ਆਈਡੀਆਜ਼ ਯੂਜ਼ ਕਰ ਰਹੇ ਹੋ ਉਹ ਰੈਲੇਵੈਂਟ ਨੇ, ਫੈਮੀਲੀਅਰ ਨੇ ਤੁਹਾਡੇ ਟੌਪਿਕ ਦੇ ਅਕੋਰਡਿੰਗ ਤਾਂ ਦੇਣਾ ਜੀ ਤੁਹਾਡਾ ਕੀ ਪਹਿਲਾ ਸਟੈਪ ਤੁਸੀਂ ਕੰਪਲੀਟ ਕਰ ਰਹੇ ਹੋ, ਫੋਲੋ ਕਰ ਰਹੇ ਹੋ। ਸੈਕੰਡ ਲਾਸਟ ਹੈ ਕਿ ਐਕਸਟੈਂਡ ਯੂਰ ਆਨਸਰ ਟੂ ਇਨਕਲੂਡ ਨੰਬਰ ਆਫ ਆਈਡੀਆਜ਼ ਦੈਟ ਵਿਲ ਸਪੋਰਟ ਦੀ ਕੁਐਸਚਨਸ। ਤੁਹਾਡਾ ਕਹਿਣ ਦਾ ਮਤਲਬ ਕੀ ਆ ਕਿ ਆਪਦੇ ਮੇਨ ਪੁਆਇੰਟ ਨੂੰ ਐਕਸਟੈਂਡ ਕਰੋ, ਸਪੋਰਟਿੰਗ ਆਈਡੀਆਜ਼ ਯੂਜ਼ ਕਰੋ। ਕਿਹੜੀਆਂ ਚੀਜ਼ਾਂ ਤੁਸੀਂ ਯੂਜ਼ ਨਹੀਂ ਕਰ ਸਕਦੇ, ਕੀ ਨਹੀਂ ਯੂਜ਼ ਕਰ ਸਕਦੇ ਜੀ? ਇਨਕਲੂਡ ਇਨਰੈਲੇਵੈਂਟ ਇਨਫੋਰਮੇਸ਼ਨ। ਕੋਈ ਜੇ ਗੱਲ ਤੁਸੀਂ ਕ੍ਰਾਈਮ ਦੀ ਕਰ ਰਹੇ ਹੋ ਤੁਸੀਂ ਉਹਦੇ ਵਿੱਚ ਕੁਝ ਹੋਰ ਹੀ ਐਡ ਕਰ ਰਹੇ ਹੋ, ਉਹ ਚੀਜ਼ਾਂ ਆਪਾਂ ਨਹੀਂ ਐਡ ਕਰ ਸਕਦੇ, ਉਹਨਾਂ ਚੀਜ਼ਾਂ ਨੂੰ ਆਪਾਂ ਅਵੋਇਡ ਕਰਾਂਗੇ। ਉਹਨਾਂ ਨੂੰ ਓਵਰ ਜਰਨਲਾਈਜ਼ ਜ਼ਿਆਦਾ ਹੀ ਜਰਨਲਾਈਜ਼ ਕਰ ਦੇਣਾ ਰਾਜੀ ਕਿਹਾ ਉਹ ਤੁਸੀਂ ਨਹੀਂ ਕਰ ਸਕਦੇ। ਓਕੇ, ਪ੍ਰੋਡਿਊਸ ਮੈਮੋਰਾਈਜ਼ ਐਸੇ ਦੈਟ ਰਾਜੀ ਕੁਝ ਬੱਚੇ ਫੋਲੋ ਕਰਦੇ ਨੇ ਮੈਮੋਰਾਈਜ਼ ਜਿਹੜੇ ਫਰੇਜ਼ਸ ਹੁੰਦੀਆਂ ਨੇ, ਮੈਮੋਰਾਈਜ਼ ਵਰਡਸ ਹੁੰਦੇ ਨੇ ਉਹਨਾਂ ਵੱਲ ਫੋਕਸ ਕਰਦੇ ਨੇ, ਉਹਨਾਂ ਤੇ ਰਾਜੀ ਧਿਆਨ ਦਿੰਦੇ ਨੇ। ਉਹ ਚੀਜ਼ ਤੁਸੀਂ ਨਹੀਂ ਕਰ ਸਕਦੇ, ਟੋਟਲੀ ਉਹ ਚੀਜ਼ ਨੂੰ ਆਪਾਂ ਅਵੋਇਡ ਕਰਾਂਗੇ। ਕਿਸੇ ਤਰ੍ਹਾਂ ਦੀ ਨੈਟ ਤੋਂ ਪੜ੍ਹੇ ਨੈਟ ਤੇ ਲਿਖਿਆ ਜਿਹੜਾ ਐਸੇ ਉਹ ਆਪਾਂ ਫੋਲੋ ਨਹੀਂ ਕਰਾਂਗੇ। ਪ੍ਰੈਜ਼ੈਂਟ ਰੀਸੈਂਟ ਰਿਸਰਚ ਔਰ ਸਟੈਟਿਕਸ ਰਿਲੇਟਡ ਟੂ ਦੀ ਟੌਪਿਕ ਐਟ ਲੀਸਟ 41% ਜਿਹੜੇ ਸਟੈਟਿਕਸ ਹੋ ਗਏ, ਰੀਸੈਂਟ ਰਿਸਰਚ ਹੋ ਗਈ, ਸਰਵੇ ਵਗੈਰਾ ਹੋ ਗਏ, ਉਹਨੂੰ ਕੁਝ ਹੱਦ ਤੱਕ ਅਵੋਇਡ ਕਰੋ। numeric value ਨੂੰ numeric figure ਨੂੰ ਜਿਹੜੀਆਂ ਇਹੋ ਜਿਹੀਆਂ ਚੀਜ਼ਾਂ ਨੂੰ ਉਹਨੂੰ ਰਾਜੀ ਕਿਹਾ ਅਵੋਇਡ ਕਰੋ। ਸਟੈਪ 2 ਆਨਸਰ ਆਲ ਪਾਰਟਸ ਆਫ ਦੀ ਕੁਐਸਚਨ। ਜਿਹੜੀ ਚੀਜ਼ ਵੀ ਤੁਹਾਨੂੰ ਰਾਜੀ ਮੈਂਸ਼ਨ ਕੀਤੀ ਆ, ਡਿਸਕਸ ਬੋਥ ਵਿਊ ਆ ਗਿਆ, ਗਿਵ ਯੂਰ ਓਪੀਨੀਅਨ ਆ ਗਿਆ ਰਾਜੀ, ਇਹਦੇ ਵਿੱਚ ਬਹੁਤ ਵੱਡਾ ਫੰਡਾ ਆ ਜਿਹੜੇ ਡਿਸਕਸ ਬੋਥ ਵਿਊ ਐਂਡ ਗਿਵ ਯੂਰ ਓਪੀਨੀਅਨ। ਇਹਦੇ ਵਿੱਚ ਬਹੁਤ ਬੱਚਿਆਂ ਨੂੰ ਗੁੰਮਰਾਹ ਕੀਤਾ ਜਾਂਦਾ ਕਿ ਜਿਹੜਾ ਆਪਦਾ ਓਪੀਨੀਅਨ
ਇੰਟਰੋ ਵਿੱਚ ਦੇ ਦਿਓ, ਆਪਦਾ ਓਪੀਨੀਅਨ ਕਨਕਲੂਜਨ ਦੇ ਦਿਓ। ਨਹੀਂ, ਇਹ ਤਾਂ ਮੈਂ ਜਸਟੀਫਾਈ ਕਰੂੰਗਾ, ਨਹੀਂ ਰਾਜੇ ਆਪਾਂ ਇੰਟਰੋ ਦੇ ਵਿੱਚ ਕਨਕਲੂਜਨ ਦੇ ਵਿੱਚ ਓਪੀਨੀਅਨ ਨਹੀਂ ਦੇ ਸਕਦੇ। ਓਪੀਨੀਅਨ ਦੇ ਲਈ ਸਪੈਸ਼ਲ ਐਸੇ ਆਪਾਂ ਕੀਆ ਸੌਰੀ ਸਪੈਸ਼ਲ ਜਿਹੜਾ ਪੈਰਾਗ੍ਰਾਫ ਬੋਡੀ ਪੈਰਾਗ੍ਰਾਫ ਆਪਾਂ ਬਣਾਵਾਂਗੇ। ਯੂ ਮਸਟ ਰੀਡ ਕੁਐਸਚਨ ਕੇਅਰਫੁਲੀ ਐਂਡ ਡਿਸਾਈਡ ਹਾਊ ਮੈਨੀ ਪਾਰਟਸ ਆਰ ਇਨ ਇਟ। ਯੂ ਮਸਟ ਆਨਸਰ ਆਲ ਦੀ ਪਾਰਟਸ ਐਂਡ ਰੀਚ ਬੈਂਡ 6 ਔਰ ਹਾਇਰ। ਜੇਕਰ ਇਹ ਤੁਸੀਂ ਸਾਰੇ ਪਾਰਟਸ ਦਾ ਆਨਸਰ ਐਪਰੋਪ੍ਰੀਏਟ ਦੋਗੇ ਤਾਂ ਹੀ ਰਹੇਗਾ 6 ਐਂਡ ਹਾਇਰ ਬੈਂਡਸ ਤੇ ਤੁਸੀਂ ਅੱਜ ਕਿਆ ਪਹੁੰਚੋਗੇ। ਲਾਈਕ ਦੈਟ ਕੁਐਸਚਨ ਟਾਈਪ, ਜੇ ਤੁਹਾਨੂੰ ਕੁਐਸਚਨ ਟਾਈਪ ਆ ਰਿਹਾ ਟੂ ਵਾਟ ਐਕਸਟੈਂਟ ਡੂ ਯੂ ਐਗਰੀ ਔਰ ਡਿਸਐਗਰੀ ਵਿਦ ਦਿਸ ਸਟੇਟਮੈਂਟ, ਕਿੰਨੀ ਹੱਦ ਤੱਕ ਤੁਸੀਂ ਜਿਹੜਾ ਐਗਰੀ ਹੋ, ਕਿੰਨੇ ਹੱਦ ਤੱਕ ਤੁਸੀਂ ਨਾਲ ਡਿਸਐਗਰੀ ਹੋ, ਤਾਂ ਰਾਜੇ ਇਹ ਤੁਹਾਡਾ ਵਨ ਪਾਰਟ ਕੁਐਸਚਨ ਹੈ। ਤੇ ਵਨ ਪਾਰਟ ਕੁਐਸਚਨ ਦੇ ਤੁਸੀਂ ਕਹੋਗੇ ਯੈਸ ਆਈ ਐਗਰੀ ਔਰ ਡਿਸਐਗਰੀ ਔਰ ਡਿਸਾਈਡ ਵਾਈ ਯੂ ਐਗਰੀ ਔਰ ਵਾਈ ਯੂ ਡਿਸਐਗਰੀ। ਇਹ ਤੁਸੀਂ ਡਿਸਾਈਡ ਕਰੋਗੇ। ਜੇ ਵਨ ਪਾਰਟ ਕੁਐਸਚਨ ਆ ਉਹਨਾਂ ਨੇ ਦਿੱਤਾ ਔਰ I agree or disagree, to what extent do you agree or disagree, कि मैं ना agree हां या agree है, या decide करो why you agree या equally की चीज आ। ओके नेक्स्ट राजे लाइक डिस्कस बोथ व्यूज एंड गिव योर ओपिनियन। जी चीज मैं हुणे क्या कह रहा और राजे आ गया डिस्कस बोथ व्यूज एंड गिव योर ओपिनियन। 3 पार्ट क्वेश्चन डिस्कस बोथ व्यूज एज स्टेटेड। ਵਧੀਆ 3 ਪਾਰਟ ਕੁਐਸਚਨ ਆ, 3 ਬੋਡੀ ਪੈਰਾਗ੍ਰਾਫ ਬਣ ਗਏ ਦੇ ਵਿੱਚ। ਓਕੇ ਬੋਡੀ ਪੈਰਾਗ੍ਰਾਫ 1, ਬੋਡੀ ਪੈਰਾਗ੍ਰਾਫ 2, ਬੋਡੀ ਪੈਰਾਗ੍ਰਾਫ 1 ਦੇ ਵਿੱਚ ਪਹਿਲਾ ਵਿਊ, ਬੋਡੀ ਪੈਰਾਗ੍ਰਾਫ 2 ਦੇ ਵਿੱਚ ਦੂਸਰਾ ਵਿਊ ਐਂਡ ਬੋਡੀ ਪੈਰਾਗ੍ਰਾਫ 3 ਦੇ ਵਿੱਚ ਤੁਹਾਡਾ ਓਪੀਨੀਅਨ ਆਏਗਾ। ਯੈਸ ਪ੍ਰੈਜ਼ੈਂਟ ਯੂਰ ਓਪੀਨੀਅਨ, ਇਟ ਮੇ ਬੀ ਵਨ ਆਫ ਦੀ ਵਿਊਜ਼ ਔਰ ਕੰਬੀਨੇਸ਼ਨ ਆਫ ਬੋਥ। ਇੱਕ ਵਿਊ ਵੀ ਹੋ ਸਕਦਾ ਤਾਂ ਤੁਸੀਂ ਕੰਬੀਨੇਸ਼ਨ ਵੀ ਲਿਖ ਸਕਦੇ ਹੋ। Why is this go? Give reasons for the solution। 3 part question आ जाएगी। Okay, do the advantages of the international tourism और ये 2 part question है। Okay, and next अपना किएगा why is this so? What effect does the it have on the individual and society? ये राजी की अपना 3 part question है। ये जब की चीज करनी तो की अपन राजी क्या अवॉइड करनी है, पोते फोकस करने हैं। Read the questions carefully and decide how many parts are in। चंगी तरह ਨੂੰ क्लियरली रीड करो, फिर डिसाइड करो कितने पैराग्राफ से ਵਿੱਚ बन गए। प्रेजेंट योर ओपिनियन एंड सपोर्ट थ्रूआउट दी होल एसे। आपदा ओपिनियन प्रेजेंट करो तेरा जो वो सपोर्ट करो पूरे एसे दे ਵਿੱਚ। इफ आस्क्ड टू प्रेजेंट बोथ व्यूज मेक श्योर ईच व्यू इज प्रेजेंट एट इक्वली सिमिलर पैराग्राफ लेंथ। और इन्होंने देता कि हर एक पैराग्राफ दी लेंथ किया सिमिलर होनी चाहिए या अप्स एंड डाउन्स नहीं करोगे ਤੁਸੀਂ ਉਹਦੇ ਵਿੱਚ। Watch the plurals if you are asked to give the advantages you must present minimum 2 advantages। भाई प्लूरल ਨੂੰ ਦੇਖੋ ਜੇ ਐਡਵਾਂਟੇजेस ਕਿਆ ਤੁਹਾਨੂੰ ਤਾਂ ਜੇ ਡੈਫੀਨਿਟਲੀ ਤੁਸੀਂ 2 ਐਡਵਾਂਟੇजेस ਪੱਕਾ ਐਕਸਪਲੇਨ ਕਰੋਗੇ ਬੋਡੀ ਪੈਰਾਗ੍ਰਾਫ ਦੇ ਵਿੱਚ। ਜੇਕਰ ਇੱਕ ਓਨਲੀ ਐਡਵਾਂਟੇजेस ਕਿਹਾ ਤਾਂ ਦੈਨ ਤੁਹਾਨੂੰ ਨੀਡ ਦੀ ਹੈ ਕਿ 2 ਮਿਨੀਮਮ 2 ਐਡਵਾਂਟੇजेस ਰਹੇ ਐਕਸਪਲੇਨ ਕਰਨ ਦੀ। ਜੇਕਰ ਤੁਹਾਨੂੰ ਐਡਵਾਂਟੇजेस प्लूरल ਨੂੰ ਚੈੱਕ ਕਰੋ ਧਿਆਨ ਨਾਲ। watch for and you must need to comment on more than one element। like watch for and you may need ਤੁਹਾਨੂੰ ਕੀ ਜ਼ਰੂਰਤ ਹੋਏਗੀ to comment on one more than ਇੱਕ ਤੋਂ ਜ਼ਿਆਦਾ ਐਲੀਮੈਂਟ ਤੁਹਾਨੂੰ ਜਿਹੜੇ ਕਮੈਂਟ ਕਰਨ ਦੀ ਜ਼ਰੂਰਤ ਹੋਗੀ। write more than 250 words। 200 वर्ड तो रही कि 250 वर्ड तो अपन ये ज्यादा लिखेंगे। केड़ी चीज ਤੁਸੀਂ अवॉइड करनी है? इग्नोर द पार्ट ऑफ क्वेश्चंस। ਜਿਹੜੇ पार्ट ऑफ क्वेश्चंस ਨੇ ਉਹਨਾਂ ਨੇ ਕਿਹਾ इग्नोर करना, ਉਹਨੂੰ डॉट इग्नोर नहीं कर सकते। डू नॉट assume that your opinion is clear। ਇਹ ਚੀਜ਼ assume ਨਾ ਕਰੋ ਕਿ ਤੁਹਾਡਾ opinion clear ਆ। use the first person to ensure examiner knows it is your opinion I think। ਲਾਈਕ ਉਹ ਸਟਾਰਟ ਕਰੋ appropriately ਕਿ ਮੈਂ I think I ponder that according to my experience। ਤੁਸੀਂ ਕਿੱਦਾਂ ਲਿਖ ਰਹੇ ਹੋ। tell the examiner what are going to say and what you have said। ਯਾਨੀ ਕਿ ਤੁਸੀਂ ਐਗਜ਼ਾਮੀਨਰ ਨੂੰ ਕਲੀਅਰ ਕਰੋ ਕੀ ਤੁਸੀਂ ਕਹਿ ਰਹੇ ਹੋ ਤੇ ਤੁਸੀਂ ਕੀ ਕਿਹਾ ਸੀਗਾ। ਪ੍ਰੋਡਿਊਸ ਏ ਸ਼ਾਰਟ ਐਸੇ ਪ੍ਰੋਡਿਊਸ ਕਰੋਗੇ ਜ਼ਿਆਦਾ ਤੁਹਾਨੂੰ ਲੈਂਥ ਇਧਰ ਉਧਰ ਜਾਂਦੀ ਗਿਆ ਖਿੱਚਣ ਦੀ ਲੋੜ ਨਹੀਂ ਹੈਗੀ। ਓਕੇ ਸਟੈਪ 3 organize your essay logically with clear progression okay and using linking phrases। ਜਿਹੜਾ ਤੁਹਾਡਾ ਐਸੇ ਆ ਉਹਨੂੰ ਕਿਹਾ ਲੌਜੀਕਲੀ ਆਰਗੇਨਾਈਜ਼ ਕਰੋ ਕਿ ਕਲੀਅਰ ਪ੍ਰੋਗਰੈਸ਼ਨਸ ਹੋਣ ਉਹਦੇ ਵਿੱਚ ਐਂਡ ਲਿੰਕਿੰਗ ਫਰੇਜ਼ਸ ਨੂੰ ਤੁਸੀਂ ਕਿਹਾ ਐਪਰੋਪ੍ਰੀਏਟਲੀ ਯੂਜ਼ ਕਰੋ। ਆਈਡੀਆ ਮਸਟ ਬੀ ਐਕਸਪ੍ਰੈਸਡ। ਜਿਹੜਾ ਆਈਡੀਆ ਹੈ ਪੱਕਾ ਐਕਸਪਲੇਨ ਕੀਤਾ ਜਾਏਗਾ ਤੁਹਾਡੇ ਦੁਆਰਾ ਐਂਡ ਆਰਡਰ ਕਲੀਅਰਲੀ ਸਟਾਰਟਿੰਗ ਵਿਦ ਇੰਟਰੋਡਕਸ਼ਨ ਐਂਡ ਮੂਵਿੰਗ ਫੋਰ ਦੀ ਕਨਕਲੂਜਨ। ਇੰਟਰੋਡਕਸ਼ਨ ਨਾਲ ਤੁਸੀਂ ਸਟਾਰਟ ਕਰੋਗੇ ਕਿ ਬੋਡੀ ਪੈਰਾਗ੍ਰਾਫ ਤੁਸੀਂ ਰਿਪਰੈਜ਼ੈਂਟ ਕਰੋਗੇ ਕਨਕਲੂਜਨ ਤੱਕ। ਓਕੇ ਲਾਈਕ ਦੈਟ। ਇਹਦੇ ਚ ਆਪਾਂ ਕੀ ਚੀਜ਼ ਕਰ ਸਕਦੇ ਹਾਂ? ਯੂਜ਼ ਰੇਂਜ ਆਫ ਲਿੰਕਿੰਗ ਵਰਡਸ ਔਰ ਫਰੇਜ਼ਸ ਬਟ ਡੋਨਟ ਓਵਰਯੂਜ਼। ਰੇਂਜ ਆਫ ਲਿੰਕਿੰਗ ਵਰਡਸ ਆਪਾਂ ਯੂਜ਼ ਕਰ ਸਕਦੇ ਹਾਂ ਬਟ ਓਵਰਯੂਜ਼ ਨਹੀਂ ਕਰ ਸਕਦੇ। use adverbial phrases rather than single basic phrase। adverbial phrases ਨੂੰ use ਕਰੋ, single phrase ਦੀ ਜਗ੍ਹਾ ਤੇ adverbial ਨੂੰ use ਕਰੋ। use referencing and substitutes to avoid repetition। like that substitution ਨੂੰ use ਕਰੋ like this ਹੋ ਗਿਆ then ਹੋ ਗਿਆ the issue ਹੋ ਗਿਆ the problem ਹੋ ਗਿਆ। ਇਹਨਾਂ ਚੀਜ਼ਾਂ ਨੂੰ use ਕਰੋ, repetition ਨਾ ਕਰੋ। use punctuation to make your writing coherent। punctuation comma full stop ਇਹਨਾਂ ਨੂੰ ਅਜੇ definitely use ਕਰੋ ਆਪਦੀ writing ਨੂੰ appropriately coherent and coherent ਬਣਾਉਣ ਦੇ ਲਈ।
ਮੇਕ ਸ਼ੋਰ ਯੂਰ ਆਈਡੀਆਜ਼ ਆਰ ਸੀਕੁਐਂਸ ਕਰੈਕਟਲੀ ਲਾਈਕ ਦੈਟ ਹੈ ਕਿ ਕਈ ਵਾਰ ਜੇ ਤੁਸੀਂ ਆਈਡੀਆਜ਼ ਤੁਹਾਡੇ ਕੋਲ ਆਉਂਦੇ ਨੇ ਆਈਡੀਆਜ਼ ਨੂੰ ਅਪਸ ਐਂਡ ਡਾਊਨਸ ਕਰ ਦਿੰਦੇ ਜਿਹੜਾ ਆਈਡੀਆ ਪਹਿਲਾ ਆਉਣਾ ਸੀ ਲੈ ਸੈਕੰਡ ਲਿਖ ਦਿੰਦੇ ਆ ਜਿਹੜਾ ਸੈਕੰਡ ਆਉਣਾ ਸੀ ਉਹਦਾ ਜਿਹੜਾ ਫਸਟ ਲਿਖ ਦਿੰਦੇ ਆ ਇਹ ਚੀਜ਼ ਵੱਲ ਧਿਆਨ ਦਿਓ ਐਪਰੋਪ੍ਰੀਏਟਲੀ ਮੇਕ ਸ਼ੋਰ ਯੂਰ ਆਈਡੀਆਜ਼ ਆਰ ਲੌਜੀਕਲੀ ਐਂਡ ਐਸੇ ਟੂ ਫੋਲੋ ਲੌਜੀਕਲੀ ਲੱਗੇ ਨੇ ਐਸੇ ਨੂੰ ਫੋਲੋ ਕਰ ਰਹੇ ਨੇ ਯੂਜ਼ ਸੈਪਰੇਟ ਪੈਰਾਗ੍ਰਾਫ ਫॉर द ਇੰਟਰੋਡਕਸ਼ਨ ਐਂਡ ਕਨਕਲੂਜਨ ਇੰਟਰੋਡਕਸ਼ਨ ਤੇ ਕਨਕਲੂਜਨ ਦੇ ਲਈ ਵੱਖਰਾ ਪੈਰਾਗ੍ਰਾਫ ਨਹੀਂ ਓਪੀਨੀਅਨ ਨਹੀਂ ਆਪਾਂ ਕੈਂਸਲ ਕਰ ਸਕਦੇ ਇੰਟਰੋਡਕਸ਼ਨ ਐਂਡ ਕਨਕਲੂਜਨ ਦੇ ਵਿੱਚ ਨੈਕਸਟ ਆਫ ਆਲ ਯੂਜ਼ ਵਨ ਪੈਰਾਗ੍ਰਾਫ ਫॉर ਈਚ ਆਈਡੀਆ ਆਫ ਟੌਪਿਕ ਹਰੇਕ ਟੌਪਿਕ ਤੇ ਏਰੀਆ ਦੇ ਲਈ ਤੁਸੀਂ ਇੱਕ ਪੈਰਾਗ੍ਰਾਫ ਯੂਜ਼ ਕਰੋਗੇ डोंट यूज की चीज ਤੁਸੀਂ ਨਹੀਂ ਯੂਜ਼ ਕਰਦੇ ओवर यूज बेसिक लिंकिंग वर्ड्स लाइक फर्स्टली ਜਿਵੇਂ फर्स्टली वर्ड ਹੋ ਗਿਆ इंस्टेड ऑफ ਹੋ ਗਿਆ ट्राइंग यूजिंग ਲਾਈਕ ਇਦਾਂ ਦੇ ਜਿਹੜੇ ਪਹਿਲੇ ਤੁਸੀਂ ਲਿੰਕਿੰਗ ਵਰਡਸ ਯੂਜ਼ ਕਰ ਰਹੇ ਹੋ ਉਹਨਾਂ ਨੂੰ ਬੇਸਿਕਲੀ ਲਿੰਕਿੰਗ ਵਰਡਸ ਨੂੰ ਅਵੋਇਡ ਕਰੋ ਡੂ ਨਾਟ ਯੂਜ਼ ਨਹੀਂ ਕਰ ਸਕਦੇ ਡੂ ਨਾਟ ਸਟਾਰਟ ਐਸੇ ਸਟੈਂਡਸ ਵਿਦ ਲਿੰਕਰ ਦੇ ਨਾਲ ਸੈਂਟੈਂਸ ਸਟਾਰਟ ਨਾ ਕਰੋ ਬੱਚੇ ਮੈਂ ਤੁਹਾਨੂੰ ਸਿਖਾਇਆ ਸੀਗਾ ਆਪਾਂ ਬਹੁਤ ਹੁਣ ਆਪਾਂ ਰਾਈਟਿੰਗ ਇਦਾਂ ਹੀ ਲਿਖਦੇ ਨਾ ਲਿੰਕਰ ਦੇ ਨਾਲ ਨਹੀਂ ਸਟਾਰਟ ਕਰਦੇ ਲਿੰਕਰ ਤੋਂ ਤੁਸੀਂ ਆਪਦੀ ਲਾਈਨ ਸਟਾਰਟ ਨਹੀਂ ਕਰ ਸਕਦੇ ਤੁਸੀਂ ਰਾਜੇ ਸਬਜੈਕਟ ਤੋਂ ਸਟਾਰਟ ਕਰੋਗੇ ਦੈਨ ਤੁਸੀਂ ਵਿਲ ਪੁੱਟ ਲਿੰਕਰ ਲਾਈਕ ਇਹਨੇ ਐਗਜ਼ਾਮਪਲ ਦਿੱਤੀ ਹੋਈ ਹੈ ਜਿਵੇਂ ਕਿ ਟ੍ਰਾਈ ਟੂ ਪੁੱਟ ਦੀ ਮਿਡਲ ਇਨ ਸੈਂਟੈਂਸ ਐਗਜ਼ਾਮਪਲ ਕੇ ਸਮ ਪੀਪਲ ਬਲਿੰਕਰ ਉਸ ਤੋਂ ਬਾਅਦ ਹੈਵਰ ਦਿੱਤਾ ਹੋਇਆ ਨਹੀਂ ਆਪਾਂ ਰਾਜੇ ਲਾਈਨ ਆਪਣੀ ਕਿਤੋਂ ਲਿੰਕਰ ਤੋਂ ਇੱਥੇ ਹੈਵਰ ਹੋਣਾ ਸੀਗਾ ਬਟ ਆਪਾਂ ਕੀ ਰਾਜੇ ਸਬਜੈਕਟ ਤੋਂ ਬਾਅਦ ਹੈਵਰ ਨੂੰ ਮੈਂਸ਼ਨ ਕਰਾਂਗੇ ओके यूज नंबर्स डोंट यूज नंबर्स सिंबल्स और इन्होंने यूज नहीं करना का यू डोंट यूज हेडिंग्स एंड सब हेडिंग्स को नहीं यूज करना यू डोंट यूज ओवर अंडरलाइन वर्ड्स एंड फ्रेजेस को अपन नहीं मेंशन करना डोंट यूज वन सेंटेंस पैराग्राफ नहीं लिखना कि ਤੁਸੀਂ ਇੱਕ ਸੈਂਟੈਂਸ ਦੇ ਵਿੱਚ ਹੀ ਕੰਪਲੈਕਸ ਐਂਡ ਕੰਪੋਨੈਂਟ ਕੰਬੀਨੇਸ਼ਨ ਯੂਜ਼ ਕਰਕੇ ਕੋਈ ਫੁੱਲ ਸਟਾਪ ਵੀ ਨਾ ਦਿਓ ਇੱਕੋ ਸੈਂਟੈਂਸ ਵਿੱਚ ਪੈਰਾਗ੍ਰਾਫ ਆਪਾਂ ਨਹੀਂ ਲਿਖ ਸਕਦੇ ਕੋਈ ਛੋਟਾ ਪੈਰਾਗ੍ਰਾਫ ਆਪਾਂ ਕੋਈ ਵੀ ਨਹੀਂ ਲਿਖਣਾਗਾ ਸਟਾਰਟ ਐਵਰੀ ਸੈਂਟੈਂਸ ਵਿਦ ਲਿੰਕਿੰਗ ਡਿਵਾਈਸ ਡੋਂਟ ਸਟਾਰਟ ਐਵਰੀ ਸੈਂਟੈਂਸ ਵਿਦ ਲਿੰਕਿੰਗ ਡਿਵਾਈਸ ਨਾਲ ਕੋਈ ਇੱਕ ਪੈਰਾਗ੍ਰਾਫ ਨਾ ਸਟਾਰਟ ਕਰੋ फोर्थ वाला स्टेप किया ऑर्गेनाइज योर एसे इनटू पैराग्राफ में ਤੁਸੀਂ ਆਪਦੇ ਐਸੇ ਨੂੰ ਰਜੀ ਕਿਆ ਆਰਗੇਨਾਈਜ਼ ਕਰੋ यूज पैराग्राफ टू ऑर्गेनाइज योर एसे इनटू क्लियर पार्ट्स रहिए पैराग्राफ ਤੁਸੀਂ ਯੂਜ਼ ਕਰਨੇ ਨੇ ਆਪਦੇ ਐਸੇ ਨੂੰ ਐਪਰੋਪ੍ਰੀਏਟਲੀ ਲਿਖਣ ਦੇ ਲਈ ਯੂ ਕੈਨ ਯੂਜ਼ acronym P when writing your essay P ਨੂੰ ਆਪਾਂ ਲਿਖੇ PEEL ਨੂੰ ਫੋਲੋ ਕਰਾਂਗੇ ਲਾਈਕ ਜਦੋਂ ਤੁਸੀਂ ਪੁਆਇੰਟ ਬੋਡੀ ਪੈਰਾਗ੍ਰਾਫ ਮੈਂਸ਼ਨ ਕਰ ਰਹੇ ਹੋ ਤਾਂ ਕੀ ਲਿਖੋਗੇ ਮੇਨ ਪੁਆਇੰਟ ਐਗਜ਼ਾਮਪਲ ਐਕਸਪਲੇਨ ਅ ਲਿੰਕ ਨੈਕਸਟ ਨੂੰ ਕੀਆ ਲਿੰਕ ਕਰੋ ਓਕੇ ਫॉर एग्जांपल ਇਹ ਦਿੱਤੀ ਹੋਈ ਹੈ ਜਿਵੇਂ ਕਿ ਹੁਣ ਇਹਨਾਂ ਤੁਹਾਨੂੰ ਕਲੀਅਰਲੀ ਮੈਂਸ਼ਨ ਕਰਨਗੇ ਟੂ ਵਾਟ ਐਕਸਟੈਂਡ ਵਾਲਾ ਤੁਹਾਡੇ ਕੋਲ ਐਸੇ ਹੈਗਾ ਟੂ ਵਾਟ ਐਕਸਟੈਂਡ ਯੂ ਐਗਰੀ ਔਰ ਡਿਸਐਗਰੀ ਵਿਦ ਸਟੇਟਮੈਂਟ ਕਿੰਨੀ ਹੱਦ ਤੱਕ ਤੁਸੀਂ ਨਾਲ ਐਗਰੀ ਹੋ ਕਿੰਨੀ ਹੱਦ ਤੱਕ ਤੁਸੀਂ ਨਾਲ ਡਿਸਐਗਰੀ ਹੋ ਰਾਜੀ ਕਿਹਾ ਇਹਦੇ ਵਿੱਚ ਤੁਸੀਂ 4 ਤੋਂ 5 ਪੈਰਾਗ੍ਰਾਫਸ ਬਣਾਓਗੇ ਪਹਿਲਾ ਇੰਟਰੋਡਕਸ਼ਨ ਰੀਜ਼ਨ ਵਾਈ ਆਈ ਐਗਰੀ ਜਾਂ ਡਿਸਐਗਰੀ ਅਨਦਰ ਰੀਜ਼ਨ ਵਾਈ ਆਈ ਐਗਰੀ ਔਰ ਡਿਸਐਗਰੀ ਸੋ ਨੈਕਸਟ ਪੈਰਾਗ੍ਰਾਫ concession paragraphs reason why I don't agree don't disagree meaning that ਇਹਦੇ ਚੋਂ ਕੀ ਕਹਿੰਦੇ ਨੇ ਰਾਜੇ 70% and 30% ਪੈਟਰਨ ਨੂੰ ਫੋਲੋ ਕਰੋ ਪਹਿਲੇ ਦੋ ਪੈਰਾਗ੍ਰਾਫ ਦੇ ਵਿੱਚ ਬੋਡੀ ਪੈਰਾਗ੍ਰਾਫ 1 ਬੋਡੀ ਪੈਰਾਗ੍ਰਾਫ 2 ਦੇ ਵਿੱਚ ਐਗਰੀ ਲਿਖ ਦਿਓ ਐਂਡ ਬੋਡੀ ਪੈਰਾਗ੍ਰਾਫ 3 ਦੇ ਵਿੱਚ ਤੁਸੀਂ ਡਿਸਐਗਰੀ ਲਿਖ ਦਿਓ ਜਾਂ ਪਹਿਲੇ ਦੋਵਾਂ ਦੇ ਵਿੱਚ ਡਿਸਐਗਰੀ ਲਿਖ ਦਿਓ ਨੈਕਸਟ ਵਾਲੇ ਦੇ ਵਿੱਚ ਆਪਾਂ ਕੀ ਇਹਨਾਂ ਦੇ ਐਗਰੀ ਮੈਂਸ਼ਨ ਕਰ ਸਕਦੇ ਹਾਂ ਠੀਕ ਹੈ ਰਾਜੇ ਇਹਨੂੰ ਤੁਸੀਂ 2 BPs ਵੀ ਬਣਾ ਸਕਦੇ ਆ ਐਂਡ 3 BPs ਵੀ ਕੀ ਤੁਸੀਂ ਬਣਾ ਸਕਦੇ ਹੋ ਓਕੇ ਨੈਕਸਟ ਆਫ ਆਲ discuss both views and give your opinion राजे ने स्पेशली किया only 5 पैराग्राफ्स लिखे ओके कोई 4 पैराग्राफ्स नहीं ਦਿੱਤੇ ਗਏ ਜਿਹੜਾ ਤੁਹਾਨੂੰ ਕਹਿ ਰਿਹਾ ਕਿ 4 ਪੈਰਾਗ੍ਰਾਫਸ ਬਣਾਉਣੇ ਆ ਇਹ ਚੀਜ਼ ਤੁਸੀਂ ਰਾਜੇ ਐਪਰੋਪ੍ਰੀਏਟਲੀ ਦੇਖ ਸਕਦੇ ਹੋ ਕਹਿ ਸਕਦੇ ਹੋ ਪੁੱਛ ਸਕਦੇ ਹੋ ਕਿ 4 ਹੀ ਕਿਉਂ ਬਣਾਉਣੇ ਨੇ 4 ਪੈਰਾਗ੍ਰਾਫਸ ਰਾਈਟ ਤੁਸੀਂ ਤਿੰਨ ਬੋਡੀ ਪੈਰਾਗ੍ਰਾਫਸ ਬਣਾਓਗੇ ਪਹਿਲੇ ਵਿੱਚ ਇੰਟਰੋਡਕਸ਼ਨ ਸੈਕੰਡ ਵਿੱਚ ਵਨ ਵਿਊ ਥਰਡ ਦੇ ਵਿੱਚ ਅਦਰ ਵਿਊ ਐਂਡ ਫੋਰਥ ਪੈਰਾਗ੍ਰਾਫ ਜਿਹੜਾ ਤੁਹਾਡਾ ਥਰਡ ਬੀਪੀ ਹੋਏਗਾ ਉਹਦੇ ਤੁਸੀਂ ਆਪਦਾ opinion ਦਿਓਗੇ ਐਂਡ ਰਾਜੇ ਕਿ ਕਨਕਲੂਜਨ ਅਲੱਗ ਤੋਂ ਦਿਓਗੇ conclusion and introduction ਦੇ ਤੁਸੀਂ ਆਪਦਾ opinion ਨਹੀਂ ਦੇ ਸਕਦੇ why is this so give reason for this and solution ਰਾਜੀ ਇੱਕ ਤੋਂ 3 part question ਹੋ ਗਿਆ 3 part question ਦੇ ਵਿੱਚ ਰਾਜੀ ਤੁਸੀਂ 5 paragraphs ਬਣਾਓਗੇ introduction reason for this solution for this next ਅਗਰ ਰਾਜੀ do the advantages for the international tourism outway ਵਾਲੇ ਐਸੇ ਦੇ ਵਿੱਚ ਰਾਜੀ ਤੁਸੀਂ 4 paragraphs ਬਣਾਓਗੇ advantages disadvantages ਤਿੰਨ advantages ਲਿਖ ਦਿਓ ਦੋ disadvantages ਲਿਖ ਦਿਓ ਇਹ ਤੁਹਾਡਾ ਇਫੈਕਟਿਵ ਰਹੇਗਾ ਓਕੇ ਅੱਗੇ ਲਿਖਣਾ ਰਾਜੀ ਫਿਰ ਆ ਗਿਆ ਕਿ what is this ਕਿਉਂ ਇਹ ਚੀਜ਼ ਹੁੰਦੀ ਆ ਇਫੈਕਟ ਕੀ ਨੇ ਤੇ ਰਾਜੀ ਕਿ ਸੋਸਾਇਟੀ ਤੇ ਉਹਦਾ ਕੀ ਆ ਪ੍ਰਭਾਵ ਕੀ ਪੈਂਦਾ ਆਪਾਂ ਜਿਹੜੇ ਇੰਡੀਵਿਜੂਅਲ ਤੇ ਸੋਸਾਇਟੀ ਦੇ ਅਲੱਗ-ਅਲੱਗ ਫੈਕਟਰ ਪੁੱਛੇ ਨੇ ਤੇ ਇਹਦੇ ਵਿੱਚ ਜੇ ਆਪਾਂ 3 ਬੋਡੀ ਪੈਰਾਗ੍ਰਾਫਸ ਬਣ ਗਏ 4 ਬੋਡੀ ਪੈਰਾਗ੍ਰਾਫ 1 ਬੋਡੀ ਪੈਰਾਗ੍ਰਾਫ 2 ਬੋਡੀ ਪੈਰਾਗ੍ਰਾਫ 3 ਤਿੰਨ ਬੋਡੀ ਪੈਰਾਗ੍ਰਾਫਸ ਬਣ ਗਏ ਐਂਡ 5 ਪੈਰਾਗ੍ਰਾਫਸ ਬਣੇ ਕੀ ਚੀਜ਼ ਆਪਾਂ ਇਹਦੇ ਵਿੱਚ ਕਰ ਸਕਦੇ ਹਾਂ ਕੀ ਚੀਜ਼ ਆਪਾਂ ਨੂੰ ਅਵੋਇਡ ਕਰਨ ਦੀ ਲੋੜ ਆ ਯੂਜ਼ ਪੈਰਾਗ੍ਰਾਫਸ ਨੂੰ ਯੂਜ਼ ਕਰੋ ਯੂਜ਼ ਲਿੰਕਰਸ ਬਿਟਵੀਨ ਐਂਡ ਵਿਦਿਨ ਦੀ ਪੈਰਾਗ੍ਰਾਫਸ ਉਹਦੇ ਵਿਚਕਾਰ ਯੂਜ਼ ਕਰੋ ਲੀਵ ਦੀ ਸਪੇਸ ਬਿਟਵੀਨ ਦੀ ਈਚ ਪੈਰਾਗ੍ਰਾਫ ਦੇ ਵਿੱਚ ਸਪੇਸ ਛੱਡੋ
यूज पैराग्राफ फॉर ईच टॉपिक, पैराग्राफ ਨੂੰ ਹਰੇਕ ਟੌਪਿਕ ਤੇ ਯੂਜ਼ ਕਰੋ। ਯੂਜ਼ ਐਂਡ ਇੰਟਰੋਡਕਸ਼ਨ ਐਂਡ ਕੰਕਲੂਜਨ, ਇੰਟਰੋਡਕਸ਼ਨ ਤੇ ਕੰਕਲੂਜਨ ਆਪਾਂ ਨੇ ਕਿਹਾ ਯੂਜ਼ ਕਰਨੇ, ਡੋਂਟ ਯੂਜ਼ ਕੀ ਤੁਸੀਂ ਚੀਜ਼ ਨਹੀਂ ਯੂਜ਼ ਕਰ ਸਕਦੇ। ਯੂਜ਼ ਸਿੰਗਲ ਸੈਂਟੈਂਸ ਪੈਰਾਗ੍ਰਾਫ, ਇੱਕ ਸੈਂਟੈਂਸ ਵਿੱਚ ਪੈਰਾਗ੍ਰਾਫ ਤੁਸੀਂ ਨਹੀਂ ਲਿਖ ਸਕਦੇ। ਯੂਜ਼ ਐਵਰੀ ਲੌਂਗ ਪੈਰਾਗ੍ਰਾਫ दैट ਕਵਰ ਹੋਲ ਪੇਜ, ਲਾਈਕ ਕਿਆ डोंट यूज एवरी लॉन्ग पैराग्राफ ਜਿਹੜਾ ਕਿ ਪੂਰੇ ਪੇਜ ਦੇ ਵਿੱਚ ਲਿਖਿਆ ਜਾਵੇ ਉਹ ਪੈਰਾਗ੍ਰਾਫ ਤੁਸੀਂ ਕਿਹਾ ਨਹੀਂ ਯੂਜ਼ ਕਰਨਾ। यूज लेस कॉमन वोकैबुलरी, फिफ्थ स्टेप अपना हैगा कि लेस कॉमन वोकैबुलरी एंड स्पेल इट करेक्टली। ਕਿਹੜਾ ਕਹਿੰਦੇ ਲੈਸ ਕॉमन वोकैबुलरी, ਜਿਹੜੀ ਘੱਟ ਕਾਮਨ ਵੋਕੈਬਲਰੀ ਆ ਉਹਨੂੰ ਯੂਜ਼ ਕਰੋ, ਨਹੀਂ ਇਫੈਕਟਿਵ ਵੋਕੈਬਲਰੀ ਯੂਜ਼ ਕਰੋ। ਤੇਰਾ ਲਿਖਿਆ ਸਪੈਲ ਇਟ ਕਰੈਕਟਲੀ, ਉਹਨੂੰ ਕਿਹਾ ਸਪੈਲ ਕਰੋ। क्लियर आ जाए। You will see in the band description of the that a band 8 writers carefully use uncommon lexical items, जी uncommon lexical items ਨੂੰ use करदा when we learn a language। जब आप एक language सीखते हैं we use common and uncommon terms, common ਤੇ uncommon terms ਆਪਾਂ use कर सकते हैं, करते हैं। common terms are words, common terms कितने words होंगे ने, phrases होंगे ने, we use every day to refer to the personal experience and daily habits। जिन्हें ਆਪਾਂ personal experience ਤੇ daily habit ਨੂੰ represent ਕਰਨ ਲਈ ਆਪਾਂ use ਕਰਦੇ ਨੇ common words। अनकॉमन टर्म्स ਹੁੰਦੀਆਂ ਨੇ ਜਿਹੜੀਆਂ ਜਦੋਂ ਆਪਾਂ ਡਿਸਕਸ ਕਰਦੇ ਸਪੈਸਿਫਿਕ ਟੌਪਿਕਸ when we use idiomatic language ਨੂੰ ਯੂਜ਼ ਕਰਦੇ ਆ ਉਹ ਵਾਲੇ ਹੁੰਦੇ ਨੇ ਅਨਕॉमन ਵਰਡਸ ਨੇ, ਲਾਈਕ ਠੀਕ ਹੈ ਰਾਜੇ। ਇਹਦੇ ਵਿੱਚ ਆਪਾਂ ਨੇ ਲਿਖਤਾ ਕਿ ਥ्रो ਜੇ ਡਿਸਕਾਰਡ ਹੋ ਗਿਆ, ਥ्रो ਅਪ ਹੋ ਗਿਆ, ਗੈਟ ਸਟੈਕ ਹੋ ਗਿਆ, ਇਹ ਚੀਜ਼ਾਂ ਨੂੰ ਇਦਾਂ ਉਹਨਾਂ ਨੂੰ ਐਗਜ਼ਾਮਪਲ ਦਿੱਤੀ ਹੈ ਕੀ ਚੀਜ਼ਾਂ ਪਰ ਯੂਜ਼ ਕਰਨੇ ਕਿਹੜੀਆਂ ਨਹੀਂ ਕਰਨੀਆਂ। ਯੂਜ਼ ਪ੍ਰਾਈਸ ਫॉर ਪ੍ਰੀਸਾਈਜ਼ ਵਰਡ ਚੁਆਇਸਸ, ਲਾਈਕ ਐਕੂਰੇਟ ਵਰਡ ਨੂੰ ਯੂਜ਼ ਕਰੋ, ਜਿਹੜੇ ਵਰਡ ਤੁਹਾਨੂੰ ਨੌਲੇਜ ਹੀ ਹੈ ਨਹੀਂ ਉਹ ਵਰਡ ਤੁਸੀਂ ਨਹੀਂ ਯੂਜ਼ ਕਰਨਾ। ਯੂਜ਼ ਲੈਂਗੁਏਜ ਦੈਟ ਵੀ ਯੂਜ਼ ਇਨ ਐਵਰੀਡੇ ਸਪੀਚ, ਉਹ ਲੈਂਗੁਏਜ ਯੂਜ਼ ਕਰਨੀ ਜਿਹੜੀ ਆਪਾਂ ਡੇਲੀ ਯੂਜ਼ ਕਰਦੇ, ਲਾਈਕ ਜਿਹੜੀ ਤੁਸੀਂ ਡੇਲੀ ਨਹੀਂ ਯੂਜ਼ ਕਰਦੇ, ਅਨਫੈਮੀਲੀਅਰ ਤੁਸੀਂ ਨਹੀਂ ਯੂਜ਼ ਕਰਨੀ। ਯੂਜ਼ ਵਰਡਸ ਦੈਟ ਯੂ ਅੰਡਰਸਟੈਂਡ, ਉਹ ਵਰਡ ਯੂਜ਼ ਕਰੋ ਜਿਹੜੇ ਤੁਸੀਂ ਅੰਡਰਸਟੈਂਡ ਕਰਦੇ ਹੋ। ਯੂਜ਼ ਵਰਡਸ ਐਂਡ ਫਰੇਜ਼ਸ ਦੈਟ ਆਰ ਰਿਲੇਟਡ ਟੂ ਦੀ ਟੌਪਿਕ, ਉਹੀ ਵਰਡ ਯੂਜ਼ ਕਰੋ ਜਿਹੜੇ ਰਿਲੇਟਡ ਨੇ ਟੌਪਿਕ ਦੇ। ਯੂਜ਼ ਕੈਲੋਕੇਸ਼ਨ ਐਂਡ ਫਰੇਜ਼ਲ ਵਰਡਸ, ਯੂ ਨੋ ਦੈਟ what is collocation। ਆਪਾਂ ਵੀਡੀਓ ਵੀ ਬਣਾਈ ਸੀ ਕੈਲੋਕੇਸ਼ਨ ਦੇ ਉੱਪਰ, ਤੁਸੀਂ ਉਹ ਵੀਡੀਓ ਦੇਖ ਸਕਦੇ ਰਾਜੇ ਆਪਣੇ YouTube ਚੈਨਲ ਤੇ ਵੀਡੀਓ ਪਈ ਆ। ਕੈਲੋਕੇਸ਼ਨਸ ਕੀ ਹੁੰਦੇ ਨੇ, ਕੈਲੋਕੇਸ਼ਨ ਰਾਜੇ ਕਿਹਾ ਬਹੁਤ ਜ਼ਿਆਦਾ ਜ਼ਰੂਰੀ ਨੇ, ਕੈਲੋਕੇਸ਼ਨ ਦੇ ਅਕੋਰਡਿੰਗ ਤੁਸੀਂ ਲਿਖਣਾ ਜ਼ਰੂਰੀ ਆ। ਓਕੇ, ਡੋਂਟ ਮੇਕ ਡੋਂਟ ਕੀ ਚੀਜ਼ ਆਪਾਂ ਨਹੀਂ ਬਣਾ ਸਕਦੇ। ਡੋਂਟ ਮੇਕ ਸਪੈਲਿੰਗ ਮਿਸਟੇਕ ਆਪਾਂ ਨਹੀਂ ਕਰ ਸਕਦੇ, ਠੀਕ ਹੈ। ਡੋਂਟ ਮੇਕ ਟਾਈਪੋਸ ਨੂੰ ਨਹੀਂ ਬਣਾਉਣਾ ਰਾਜੇ। ओके, डोंट मिक्स अप अमेरिकन ब्रिटिश एक्सेंट को मिक्स अप नहीं कर सकते एक्सेंट नो। ओके, यूज अ वर्ड इफ यू आर डोंट अंडरस्टैंड एंड डोंट यूज अ वर्ड जे तुम अंडरस्टैंड नहीं कर सकते एंड कैन नॉट स्पेल नहीं कर सकते वो वर्ड तुसी यूज नहीं करने। डोंट यूज imprecise words like stuff and things, ਜਿਹੜੇ accurate word ਨੇ ਉਹਨਾਂ ਨੂੰ ਤੁਸੀਂ ਨਹੀਂ ਯੂਜ਼ ਕਰਨਾ। ਓਕੇ, ਡੋਂਟ ਯੂਜ਼ slang like ਗਾਣਾ ਰਾਈ ਕੇ ਇਨਫਾਰਮਲ ਲੈਂਗੁਏਜ ਤੁਸੀਂ ਨਹੀਂ ਯੂਜ਼ ਕਰ ਸਕਦੇ। ਡੋਂਟ ਯੂਜ਼ old fashioned language like the masses ਨਹੀਂ ਯੂਜ਼ ਕਰ ਸਕਦੇ, nonsense ਨਹੀਂ ਯੂਜ਼ ਕਰ ਸਕਦੇ, myopic view ਤੁਸੀਂ ਨਹੀਂ ਯੂਜ਼ ਕਰ ਸਕਦੇ, ਜਿਹੜੇ ਵੀ old fashioned word ਨੇ ਉਹਨਾਂ ਨੂੰ ਤੁਸੀਂ ਅਵੋਇਡ ਨਹੀਂ ਯੂਜ਼ ਕਰ ਸਕਦੇ। ਡੋਂਟ overuse sentence ਦਾ overuse ਨਹੀਂ ਕਰਨਾ। डोंट यूज idioms and clutches, idiom ਤੇ clutches ਨੂੰ ਯੂਜ਼ ਨਹੀਂ ਕਰਨਾ ਰਾਜੇ, ਧਿਆਨ ਦਿਓ ਜੇ ਕਿ ਤੁਹਾਨੂੰ ਕਹਿੰਦਾ idioms ਲਿਖਣੇ ਨੇ, idioms ਆਪਾਂ ਨਹੀਂ ਯੂਜ਼ ਕਰ ਸਕਦੇ। ਡੋਂਟ ਯੂਜ਼ contractions like that, can't, does not, contractions ਨੂੰ ਆਪਾਂ ਯੂਜ਼ ਨਹੀਂ ਕਰ ਸਕਦੇ। ਓਕੇ, pay attention to what the sixth step, don't use memorize language phrases or language related memorize words and for examples ਨੇ ਉਹਨਾਂ ਨੂੰ ਆਪਾਂ ਯੂਜ਼ ਨਹੀਂ ਕਰ ਸਕਦੇ। like the it is irrefutable true that something and something ਯੂਜ਼ ਕਰਦੇ ਹੋ, memorize language ਨੂੰ ਯੂਜ਼ ਨਹੀਂ ਕਰਨਾ, memorize language ਨੂੰ ਅਵੋਇਡ ਕਰੋ। ਓਕੇ, like that ਜਿਵੇਂ ਕਿ ਆਪਾਂ ਨੇ memorize the grass is always greener on the other side, love is blind off the top of my head, old is gold, ਤੇ ਜਿੱਦਾਂ ਦੀਆਂ memorize phrases ਨੇ ਉਹ ਤੁਸੀਂ ਆਪਾਂ ਕਿਹਾ ਅਵੋਇਡ ਕਰਾਂਗੇ। ओके राजे, ਇਹਦੇ ਵਿੱਚ ਆਪਾਂ ਨੂੰ ਡੈਫੀਨੇਸ਼ਨ ਦਿੱਤੀ ਹੋਈ ਨੇ, ਦੱਸਿਆ ਹੋਇਆ ਰਾਜੇ ਕਿ ਤੁਸੀਂ ਇਹ ਕਲੀਅਰਲੀ ਦੇਖ ਸਕਦੇ ਹੋ ਕਿ ਕਿਹੜੇ-ਕਿਹੜੇ ਵਰਡਸ ਐਪਰੋਪ੍ਰੀਏਟ ਨੇ, ਕਿਹੜੇ-ਕਿਹੜੇ ਵਰਡ ਅਨਐਪਰੋਪ੍ਰੀਏਟ ਨੇ। ਓਕੇ, ਲਾਈਕ ਬੈਡ ਵਰਡ ਨਾਊਅਡੇਜ਼ ਇਜ਼ ਅ ਬੈਡ ਵਰਡ ਐਂਡ ਉਹਦੀ ਜਗ੍ਹਾ ਤੇ ਆਪਾਂ ਕੀ ਯੂਜ਼ ਕਰਾਂਗੇ ਗੁੱਡ। ਇਨ ਰੀਸੈਂਟ ਟਾਈਮ ਆਲਸੋ ਬੈਡ ਵਰਡ, ਸੌਰੀ ਗੁੱਡ ਵਰਡ ਆ। ਨਾਊਅਡੇਜ਼ ਇਜ਼ ਅ ਬੈਡ ਵਰਡ ਐਂਡ ਰੀਸੈਂਟ ਟਾਈਮ ਇਜ਼ ਅ ਗੁੱਡ ਵਰਡ। ओके, उसके बाद क्या है क्राक्सी डिसीजन is a bad word and the main and k issue is a good word. Okay, can't is a bad word, cannot properly लिखेंगे good, stuff and thing also bad, use the correct word is also a good. Okay, bad word is controversial, issue is also bad and major issue is also good. Bad example इतना अपन नहीं लिख सकते, short form में for example also है good word, आप for example आप appropriate किया mention कराएंगे। the pros and cons में आप bad word ਵਿੱਚ count कर किया गया है, pros and cons में आप नहीं लिख सकते, benefits and drawbacks is a good word. Okay, bad word ये every coin has two sides, यानी इनको अपन नहीं यूज करते, phrase की तरह यूज करने लगे, इन idiom की तरह नहीं यूज कर सकते। there are both advantages and disadvantages, इस जगह पे अपन ये यूज कर सकते हैं।
फर्स्ट इज ए बैड वर्ड एनोलॉजी अगर प्राइमरी रीजन आप यूज कर सकते हैं डबल इज जस्ट शॉर्ट रन के बैड वर्ड है तो गुड यूज द सॉल्यूशन कैन आल्सो कॉज इशू समथिंग सेकंडली नहीं यूज कर ना यूज करो जो बैड वर्ड माना गया है लैक ऑफ एजुकेशन इज अनदर रीजन व्हाई इदां दी चीजां नु यूज करो खोल के लिखो राइटिंग नु इन ए नटशल कंक्लूजन दे लिए कंक्लूजन यूज करो टू कंक्लूड एंड कंक्लूजन इदां नहीं इन्हां नु यूज करो जी सेवन स्टेप इज दैट यूज variety of complex sentence and structure complex and compound and combination sentences ਨੂੰ preference ਦਿਓ complex compound and combination sentences write ਕਰੋ if you want to achieve 7 7.5 8 8.5 band score in writing use complex and compound sentences like that grammar ਦੇ ਵਿੱਚ ਕੀ ਹੈ common error relating clause using the pronoun incorrectly like common error की करते हैं incorrect जो relative clause लिखते हैं like who that which ये pronoun use करना है incorrectly use करते हैं वो चीज ना करो okay grammar conditional clause like conditional clause choosing the wrong tense like फिर किसी को पता होएगा कि like जेड़ा कि conditional sentence like 4 types ਵਿੱਚ ਲਿਖਿਆ ਜਾਂਦਾ 0 डिग्री 1 डिग्री 2 डिग्री and 3 डिग्री ਇਹ ਟਾਈਪਸ ਦੇ ਅਕੋਰਡਿੰਗ ਲਿਖਿਆ ਹੈ ਸਿੰਟੈਂਸ ਦੇ ਅਕੋਰਡਿੰਗ ਹੈ ਲਿਖਿਆ ਇਹ ਆਪਾਂ ਡਿਗਰੀਜ਼ ਨੂੰ ਯੂਜ਼ ਕਰਦੇ ਆ ਕੰਡੀਸ਼ਨਲ ਸੈਂਟੈਂਸ ਨੂੰ ਐਪਰੋਪ੍ਰੀਏਟਲੀ ਬਣਾਓ ਜਿਵੇਂ ਕਿ ਕੰਡੀਸ਼ਨਲ ਸੈਂਟੈਂਸ ਵਿੱਚ ਆ ਗਿਆ ਇਫ ਆ ਗਿਆ ਰਾਜੀ ਠੀਕ ਹੈ ਐਂਡ ਵੈਨ ਆ ਗਿਆ ਕੰਡੀਸ਼ਨਲ ਸੈਂਟੈਂਸ ਨੂੰ ਧਿਆਨ ਦੇ ਨਾਲ ਲਿਖੋਗੇ ਟੈਂਸ ਰਾਜੀ ਕੰਡੀਸ਼ਨਲ ਸੈਂਟੈਂਸਸ ਦੇ ਵਿੱਚ ਜਿਹੜਾ ਟੈਂਸ ਆ ਅਕੋਰਡਿੰਗ ਟੂ ਕੰਡੀਸ਼ਨ ਯੂਜ਼ ਹੁੰਦਾ ਰਾਜੀ ਉਹ ਟਾਈਪ ਲਈ 0 ਡਿਗਰੀ 1 ਡਿਗਰੀ 2 ਡਿਗਰੀ ਐਂਡ 3 ਡਿਗਰੀ ਦੇ ਵਿੱਚ ਮੈਂਸ਼ਨ ਕੀਤਾ ਹੋਇਆ present perfect past choosing the wrong tense ਰਾਜੀ have had ਦੇ ਵਿੱਚ ਇਹ ਪ੍ਰੋਬਲਮ ਕਰ ਦਿੰਦੇ ਨੇ ਜਦੋਂ present perfect and past ਦੇ ਵਿੱਚ ਰਾਜੀ ਲਿਖਦੇ ਹੋ ਤੁਸੀਂ passive choosing the wrong past participle ਜਿਹੜਾ wrong participle past ਨੂੰ ਕਿਆ ਯੂਜ਼ ਕਰਦੇ ਨੇ gerund ਨੂੰ appropriate ਮੰਨਿਆ ਜਾਂਦਾ making errors with ing gerund ਦੇ ਵਿੱਚ ਬੱਚੇ ਐਰਰ ਬਣਾਉਂਦੇ ਨੇ ਉਹ ਚੀਜ਼ ਨੂੰ ਅਵੋਇਡ ਕਰੋ countable nouns ਜਿਹੜੇ countable nouns ਨੇ ਲਾਈਕ ਉਹਦੇ ਵਿੱਚ ਕੀ ਕਰਦੇ ਨੇ making errors with singular and plural ਉੱਪਰ ਰਾਜੀ ਮੈਂ ਕੱਲ ਵੀ ਦੱਸਿਆ ਸੀਗਾ ਉੱਪਰ ਕੀ ਆ प्लूरल की गल करते हैं नीचे आके सिंगुलर लिख देंगे ऊपर सिंगुलर की गल करते हैं नीचे आके दे लिख देंगे ओके ये चीज को अवॉइड करो आर्टिकल्स यूजिंग द करेक्ट यूजिंग ए द इनकरेक्टली और नॉट यूजिंग इट और ज्यादा यूज नहीं करते हैं जान किया इनकरेक्टली यूज करते हैं सब्जेक्ट वर्ब एग्रीमेंट द गर्ल आर सिंगुलर और प्लूरल लाइक इन्हें गर्ल्स आर सिंगुलर और प्लूरल लाइक इन्हें लाइक थोड़ा ध्यान दो सिंगुलर प्लूरल वाल ज्यादा ध्यान दो प्रीपोजिशंस नु गलत यूज करते हैं पंक्चुएशन यूज इनकरेक्टली पंक्चुएशन है पंक्चुएशन पे ज्यादा फोकस करो punctuations are main part of your writing in order to write complex compound and combination sentences okay तो आज ਆਪਾਂ complex and compound sentences ਨੂੰ appropriately mention ਕੀਤਾ checklist ਰਾਜੇ ਕੀ ਹੁੰਦੀ ਆ ਚੈੱਕ ਕੀਤਾ 8 ਪੁਆਇੰਟ ਆ ਗਿਆ ਰਾਜੇ ਟਾਸਕ ਰਿਸਪੌਂਸ ਇਹ ਆਪਾਂ ਤੁਹਾਨੂੰ ਕਰਾਇਆ ਹੋਇਆ ਰਾਜੇ ठीक है कोहेजन कोहेजन वीडियो जो देख सकते हो ये 4 पैरामीटर स्पेशली मेंशन किए ने केड़े 4 पैरामीटर्स होंगे ने जिवें टीआर हो गया सीसी हो गया कोहेजन हो गया लेक्सिकल रिसोर्स हो गए देन ये ग्रामेटिकल रेंज वोकैबुलरी हो गया इना सारे ते ध्यान दियो राजे एप्रोप्रिएटली फोकस करो ठीक है लाइक इना रो के ਤੁਸੀਂ एप्रोप्रिएटली राइट डाउन कर सकते हो एप्रोप्रिएटली लिख सकते हो क्लियर राजे एंड टुडे आज का मेरा मोटिव सीगा कि बच्चे ਨੂੰ ਪਤਾ ਲੱਗੇ ਕਿਹੜੀ ਚੀਜ਼ ਸਹੀ ਹੈ ਤੇ ਕਿਹੜੀ ਚੀਜ਼ ਨਹੀਂ ਸਹੀ ਕੀ ਚੀਜ਼ ਅਸੀਂ ਲਿਖ ਸਕਦੇ ਹਾਂ ਕੀ ਚੀਜ਼ ਨਹੀਂ ਲਿਖ ਸਕਦੇ ਲਾਈਕ ਰਹੀ ਕਿ ਬਹੁਤੇ ਬੱਚੇ ਨੂੰ ਗੁੰਮਰਾਹ ਹੀ ਕੀਤਾ ਜਾਂਦਾ ਕਿ ਤੁਸੀਂ ਇੰਨੇ ਪੈਰਾਗ੍ਰਾਫ ਹੀ ਲਿਖ ਸਕਦੇ ਹੋ ਆ ਨਹੀਂ ਲਿਖ ਸਕਦੇ ਉਹ ਨਹੀਂ ਲਿਖ ਸਕਦੇ ਇਦਾਂ ਨਹੀਂ ਕਰ ਸਕਦੇ ਉਦਾਂ ਨਹੀਂ ਕਰ ਸਕਦੇ ਲਾਈਕ ਤੁਸੀਂ ਰਾਜੀ ਕਿਹਾ ਇਹਨੂੰ ਅਫੀਸ਼ੀਅਲ ਵੈਬਸਾਈਟ ਤੋਂ ਜਾ ਕੇ ਜਿਹੜੀ ਆਈਡੀਪੀ ਦੀ ਅਫੀਸ਼ੀਅਲ ਵੈਬਸਾਈਟ ਉਹ ਤੋਂ ਤੁਸੀਂ ਦੇਖ ਸਕਦੇ ਹੋ ਸਪੈਸ਼ਲੀ ਚੀਜ਼ਾਂ ਮੈਂਸ਼ਨ ਕੀਤੀਆਂ ਹੋਈਆਂ ਨੇ ਕਿਹੜੀਆਂ ਚੀਜ਼ਾਂ ਆਪਾਂ ਅਵੋਇਡ ਕਰਨੀਆਂ ਨੇ ਕਿਹੜੀਆਂ ਆਪਾਂ ਨਹੀਂ ਅਵੋਇਡ ਕਰਨ ਦੀ ਲੋੜ ਕਿਹੜੀਆਂ ਚੀਜ਼ਾਂ ਨਾਲ ਫੋਕਸ ਕਰਨਾ ਚਾਹੀਦਾ ਕਿਹੜੀਆਂ ਚੀਜ਼ਾਂ ਆਪਾਂ ਨਹੀਂ ਫੋਕਸ ਕਰਨਾ ਚਾਹੀਦਾ ਇਹਨਾਂ ਚੀਜ਼ਾਂ ਨਾਲ ਰਾਜੀ ਕਿਹਾ ध्यान दे सकते हैं ਤੁਸੀਂ ओके एंड नेक्स्ट ऑफ ऑल क्या इनफॉर्मल एंड फॉर्मल वर्ड्स ਦਾ ਕੋਈ ਜ਼ਿਆਦਾ ਕੋਈ ਲਾਈਕ ਕਨਫਿਊਜ਼ ਹੋਣ ਦੀ ਲੋੜ ਨਹੀਂ ਹੁੰਦੀ ਕਿ ਜਿਹੜੇ ਵਰਡਸ ਕਾਮਨ ਹੋ ਜਾਂਦੇ ਨੇ ਉਹਨੂੰ ਇਨਫॉर्मल ਮੰਨਿਆ ਨੇ ਕਾਮਨ ਵੋਕੈਬਲਰੀ ਨਾ ਯੂਜ਼ ਕਰੋ ਜਿਹੜੇ ਅਨਕਾਮਨ ਨੇ ਜਿਹੜੇ ਇਫੈਕਟਿਵ ਨੇ ਜਿਹੜੇ ਅਫੀਸ਼ੀਅਲੀ ਯੂਜ਼ ਹੁੰਦੇ ਨੇ ਉਹਨਾਂ ਵੱਲ ਫੋਕਸ ਕਰੋ ਇਹਨਾਂ ਦੀ ਰਾਈਟਿੰਗ ਦਾ ਫੰਡਾ ਆ ਬਾਕੀ ਅਦਰਵਾਈਜ਼ कंटिन्यू मैं राइटिंग ਦੇ ਵੀਡੀਓਸ ਨੂੰ ਆਪਾਂ ਸਟਾਰਟ ਕਰ ਰਹੇ ਹਾਂ ਕੰਟੀਨਿਊ ਵੀਡੀਓਸ ਬਣਾਉਂਦੇ ਰਹਾਂਗੇ ਕਿ ਕੱਲ ਵਾਲੀ ਵੀਡੀਓ ਦੇ ਵਿੱਚ ਕੱਲ ਮੈਂ ਤੁਹਾਨੂੰ ਦੱਸੂਗਾ ਹਾਊ ਟੂ ਰਾਈਟ ਇੰਟਰੋ ਇਫੈਕਟਿਵਲੀ ਕਿੱਦਾਂ ਇਫੈਕਟਿਵ ਇੰਟਰੋ ਆਪਾਂ ਲਿਖ ਸਕਦੇ ਆ ਉਹ ਇੰਟਰੋ ਆਪਾਂ ਸਪੈਸ਼ਲੀ ਮੈਂਸ਼ਨ ਕਰਾਂਗੇ ਸਮ ਟਾਈਮ ਵੀ ਆਲਸੋ ਪ੍ਰੋਵਾਈਡ live session on our Instagram page. You can also like check our class online classes. You can also attend our online classes on Instagram page also. Okay, if you have problem in writing in any part like the intro, body paragraph, explanation ਦੇ ਵਿੱਚ ਪ੍ਰੋਬਲਮ ਆ ਰਹੀ ਕਿਸੇ ਵੀ ਚੀਜ਼ ਦੀ ਪ੍ਰੋਬਲਮ ਆ ਰਹੀ ਆ ਤਾਂ ਇਹ ਕਮੈਂਟ ਕਰੋ ਕਮੈਂਟ ਬਾਕਸ ਦੇ ਵਿੱਚ ਜਿਹੜੀ ਚੀਜ਼ ਤੇ ਤੁਸੀਂ ਵੀਡੀਓ ਕਹੋਗੇ ਜਿਹੜੀ ਚੀਜ਼ ਤੁਹਾਨੂੰ ਪ੍ਰੋਬਲਮ ਹੁੰਦੀ ਆ ਉਸ ਚੀਜ਼ ਤੇ ਮੈਂ ਵੀਡੀਓ ਬਣਾ ਕੇ ਅਪਲੋਡ ਕਰਾਂਗਾ। ਓਕੇ ਰਾਜੇ, ਥੈਂਕ ਯੂ।